ਦਿੱਲੀ 'ਚ ਕਰੋਨਾ ਵੱਧਦਾ ਹੈਗਾ, ਲੋਕਾਂ ਨੂੰ ਬੈੱਡ ਨਹੀਂ ਮਿਲਣਗੇ, ਜਿਹੜੀ ਛਵੀ ਖਰਾਬ ਹੋਣੀ ਦਿੱਲੀ ਸਰਕਾਰ ਦੀ ਹੋਣੀ ਹੈਗੀ ਹੈ। ਉਹ ਜਿਹੜਾ ਲੋਡ ਆ ਸਿਸਟਮ 'ਤੇ ਜ਼ਿਆਦਾ ਵੱਧ ਗਿਆ, ਜਿਹੜਾ ਉੱਥੇ ਦਾ ਹੈਲਥ ਸਿਸਟਮ ਹੈ ਉਹ ਤੇ ਲੋਡ ਜ਼ਿਆਦਾ ਵੱਧ ਗਿਆ। ਸਰਕਾਰ ਨੂੰ ਇਹ ਹੈਗਾ ਵੀ ਕਿਤੇ ਇਹ ਸਿਸਟਮ ਡਿਫੰਡ ਨਾ ਹੋ ਜਾਏ, ਕਿਤੇ ਤੁਹਾਡਾ ਜਿਹੜਾ ਕੇਂਦਰ ਬਿੰਦੂ ਹੋਏਗਾ, ਸੋਚ ਦਾ ਕੇਂਦਰ ਬਿੰਦੂ ਆ, ਉਹ ਸੱਤਾ ਹਾਸਲ ਕਰਨਾ ਹੈ। ਜਿਹੜੇ ਲੋਕ ਮਰ ਰਹੇ ਨੇ ਉਹਨਾਂ ਦੀ ਜਾਨਾਂ ਲਈ ਤੁਹਾਡੇ ਲਈ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਤੁਹਾਡਾ ਤਾਂ ਆਪਣਾ ਤਾਂ ਕੋਈ ਮਰ ਨਹੀਂ ਰਿਹਾ, ਗਰੀਬ ਇਨਸਾਨ ਮਰ ਰਿਹਾ। ਉਹ ਮਤਲਬ ਉਹ ਬਾਦਸ਼ਾਹ ਦੀ ਜਿਹੜੀ ਰੀਤ ਆ ਟੁੱਟੀ ਨਹੀਂ ਕਿਤੇ ਆ ਕੇ। ਉਹਨੇ ਉਹਨਾਂ ਨੂੰ ਪੋਲੀਟੀਕਲ ਤੌਰ 'ਤੇ, ਰਾਜਨੀਤਿਕ ਤੌਰ 'ਤੇ ਇੱਕ ਦੂਜੇ ਨੂੰ ਬਦਨਾਮ ਜ਼ਰੂਰ ਕੀਤਾ ਹੈ। ਅਤੇ ਹਾਂ ਮੋਦੀ ਸਾਹਿਬ ਦੀ ਅਸੀਂ ਗੱਲ ਕਰਦੇ ਹੈਗੇ, ਸਾਲ ਦਾ 550 ਕਰੋੜ ਦਾ ਉਹਨਾਂ ਦਾ ਇਕੱਲਾ ਸਿਕਿਉਰਿਟੀ ਦਾ ਬਜਟ। ਮਤਲਬ ਇਹ ਬੋਝ ਪੈਸਾ ਕਿਹਦਾ ਹੈ? ਅਸੀਂ ਗਰੀਬ ਦੇਸ਼ ਕਹਿੰਦੇ ਆ, ਅਸੀਂ ਕਹਿੰਦੇ ਪ੍ਰਧਾਨ ਮੰਤਰੀ ਕਹਿੰਦੇ ਫਕੀਰ ਆ। ਕੀ ਫਕੀਰ 3 ਲੱਖ ਦਾ ਸੂਟ ਪਾਉਂਦਾ ਹੁੰਦਾ? 12,000 ਬੰਦਾ ਇੱਕ ਸਾਲ 'ਚ ਰਿਟਾਇਰ ਹੁੰਦਾ ਗੌਰਮੈਂਟ ਜਿਹੜਾ ਇੰਪਲਾਈ ਹੁੰਦਾ। 4 ਲੱਖ ਇਸ ਟਾਈਮ ਸਰਕਾਰੀ ਅਮਲਾ ਕੰਮ ਕਰਦਾ ਪਿਆ ਸੂਬੇ 'ਚ ਪੂਰਾ 4 ਲੱਖ ਬੰਦਾ ਹੈ। 12,000 ਦੀ ਜਗ੍ਹਾ ਤੇ 12 ਲੱਖ ਨੌਕਰੀ ਸਰਕਾਰ ਕਿਵੇਂ ਦੇਊਗੀ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਰੋਨਾ ਵਾਇਰਸ ਫੈਲਿਆ ਹੋਇਆ ਹੈ, ਪਰ ਇਸ ਦੇ ਨਾਲ ਹੀ ਰਾਜਨੀਤੀ ਵੀ ਹੋ ਰਹੀ ਹੈ। ਰਾਜਨੀਤੀ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਫੈਸਲਾ ਲੈਂਦੇ ਨੇ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਵਿੱਚ ਸਿਰਫ ਦਿੱਲੀ ਵਾਸੀਆਂ ਦਾ, ਦਿੱਲੀ ਦੇ ਨਾਗਰਿਕਾਂ ਦਾ ਇਲਾਜ ਹੋਏਗਾ ਕਰੋਨਾ ਵਾਇਰਸ ਨਾਲ ਪੀੜਤਾਂ ਦਾ। ਪਰ ਉਸ ਤੋਂ ਬਾਅਦ ਜਿਹੜੇ ਐਲਜੀ ਨੇ, ਜਿਹੜੇ ਉਪ ਰਾਜਪਾਲ ਨੇ ਦਿੱਲੀ ਦੇ, ਉਹ ਇਸ ਫੈਸਲੇ ਨੂੰ ਬਦਲ ਦਿੰਦੇ ਨੇ। ਹੁਣ ਉਸ ਤੋਂ ਬਾਅਦ ਸਿਆਸਤ ਹੋ ਰਹੀ ਹੈ। ਇਹ ਫੈਸਲਾ ਕਿਉਂ ਲੈਣਾ ਪਿਆ, ਕੀ ਕਾਰਨ ਨੇ ਇਸ ਦੇ? ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਜਦੋਂ ਇਸ ਦੀ ਘੋਖ ਕਰਦੇ ਆ, ਪੜਤਾਲ ਕਰਦੇ ਆ, ਫੈਸਲਾ ਲੈਂਦੇ ਨੇ ਅਰਵਿੰਦ ਕੇਜਰੀਵਾਲ, ਅਖਬਾਰਾਂ ਦੀਆਂ ਹੈਡਲਾਈਨਸ ਬਣ ਜਾਂਦੀਆਂ ਨੇ, ਉਸ ਤੋਂ ਬਾਅਦ ਇੱਕ ਹੋਰ ਫੈਸਲਾ ਆ ਜਾਂਦਾ, ਉਸ ਤੋਂ ਫੈਸਲੇ ਨੂੰ ਬਦਲ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਇਹ ਜਿਹੜੀ ਚਰਚਾ ਚੱਲ ਰਹੀ ਹੈ ਕਿ ਦਿੱਲੀ ਦੇ ਵਿੱਚ ਕੀ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਹੋਣਾ ਚਾਹੀਦਾ, ਬਾਕੀ ਦੇਸ਼ ਦੇ ਪ੍ਰਾਂਤਾਂ ਦੇ ਲੋਕਾਂ ਦਾ ਨਹੀਂ ਹੋਣਾ ਚਾਹੀਦਾ? ਇੱਦਾਂ ਸੋਚਿਆ ਜਾ ਸਕਦਾ? ਇਸ ਤਰ੍ਹਾਂ ਹੈਗਾ ਰਣਵੀਰ, ਦੇਖੋ ਜਿਹੜੀ ਦਿੱਲੀ ਸਰਕਾਰ ਸੋਚ ਰਹੀ ਆ ਉਹ ਐਜ਼ ਏ ਸਰਕਾਰ ਦੇ ਤੌਰ 'ਤੇ ਸੋਚ ਰਹੀ ਆ ਜੀ, ਕਿਉਂਕਿ ਉਹਨਾਂ ਦੀ ਜਵਾਬਦੇਹੀ ਦਿੱਲੀ ਦੇ ਲੋਕਾਂ ਨੂੰ ਆ, ਨਾ ਕਿ ਨੋਇਡਾ ਦੇ, ਯੂਪੀ ਦੇ ਨੂੰ, ਨਾ ਹਰਿਆਣੇ ਦੇ ਨੂੰ, ਵੀ ਗੁੜਗਾਉਂ ਦੇ ਲੋਕ ਉੱਥੇ ਜਾਣ। ਉਹ ਸੋਚੇ ਸਰਕਾਰ ਦੇ ਨਜ਼ਰੀਏ ਨਾਲ, ਆਪਣੀ ਵੋਟ ਬੈਂਕ ਦੇ ਨਜ਼ਰੀਏ ਨਾਲ। ਅਤੇ ਜੇ ਆਪਾਂ ਇਲਾਜ ਦੀ ਗੱਲ ਕਰਦੇ ਹਾਂ, ਦੇਖੋ ਇਲਾਜ ਤੇ ਹੱਕ ਸਾਰਿਆਂ ਦਾ ਜੀ, ਰਾਈਟ ਟੂ ਲਾਈਫ ਤਾਂ ਸਾਰਿਆਂ ਨੂੰ ਆ ਨਾ, ਜੀਣ ਦਾ ਹੱਕ ਤਾਂ ਸਭ ਦਾ ਹੈਗਾ। ਅਤੇ ਇਹ ਜਿਹੜੀ ਆਪਦਾ ਹੈਗੀ ਪੂਰੇ ਦੇਸ਼ 'ਤੇ ਹੈਗੀ ਆ ਜੀ। ਹੁਣ ਇੱਥੇ ਸੋਚ ਦਾ ਜਿਹੜਾ ਆਪਸੀ ਤਕਰਾਰ ਹੈਗਾ, ਜਿਹੜਾ ਉਹ ਇਸੇ ਚੀਜ਼ ਦਾ ਹੈਗਾ। ਸਰਕਾਰ ਇਹ ਗੱਲ ਕਹਿ ਰਹੀ ਹੈ ਵੀ ਜਿਹੜਾ ਇਹ ਫੈਸਲਾ ਐਲਜੀ ਸਾਹਿਬ ਨੇ ਲਿਆ ਹੈਗਾ ਉਹ ਰਾਜਨੀਤੀ ਤੋਂ ਪ੍ਰੇਰਿਤ ਆ। ਵੀ ਕਿਉਂਕਿ ਜੇ ਦਿੱਲੀ 'ਚ ਕਰੋਨਾ ਵੱਧਦਾ ਹੈਗਾ, ਲੋਕਾਂ ਨੂੰ ਬੈੱਡ ਨਹੀਂ ਮਿਲਣਗੇ, ਜਿਹੜੀ ਛਵੀ ਖਰਾਬ ਹੋਣੀ ਦਿੱਲੀ ਸਰਕਾਰ ਦੀ ਹੋਣੀ ਹੈਗੀ ਆ, ਜੋ ਦਿੱਲੀ ਸਰਕਾਰ ਕਹਿ ਰਹੀ ਹੈਗੀ ਆ। ਅਤੇ ਉਹ ਇਹ ਕਹਿੰਦੇ ਵੀ ਦਿੱਲੀ ਸਰਕਾਰ, ਉਹ ਕਹਿੰਦੇ ਤੁਸੀਂ ਠੀਕ ਹੈ, ਤੁਸੀਂ ਇਲਾਜ ਕਰਾਉਣਾ ਕਰਾ ਲਓ, ਕੇਂਦਰ ਸਰਕਾਰ ਦੇ ਹਸਪਤਾਲ ਹੈਗੇ ਉਹਨਾਂ 'ਚ ਤੁਸੀਂ ਬਾਹਰਲੇ ਪੇਸ਼ੈਂਟ ਲਿਆਓ, ਇੱਥੇ ਉਹ 'ਚ ਕੀ ਪ੍ਰੋਬਲਮ ਹੈਗੀ ਹੈ, ਤੁਸੀਂ ਕਰਾ ਲਓ। ਵੀ ਜਿਹੜੇ ਦਿੱਲੀ ਸਰਕਾਰ ਦੇ ਹਸਪਤਾਲ ਨੇ ਉਹ 'ਚ ਪਹਿਲਾ ਹੱਕ ਦਿੱਲੀ ਦੇ ਲੋਕਾਂ ਦਾ। ਹੁਣ ਜੇ ਆਪਾਂ ਇਹੀ ਗੱਲ ਪੰਜਾਬ 'ਤੇ ਲਾਗੂ ਕਰੀਏ, ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਹਰਿਆਣੇ ਦੇ ਕਿਸੇ ਪੇਸ਼ੈਂਟ ਨੂੰ, ਜਾਂ ਹਿਮਾਚਲ ਦੇ ਕਿਸੇ ਪੇਸ਼ੈਂਟ ਨੂੰ, ਜਾਂ ਹਿਮਾਚਲ ਦੇ ਮੁੱਖ ਮੰਤਰੀ ਪੰਜਾਬ ਦੇ ਕਿਸੇ ਪੇਸ਼ੈਂਟ ਨੂੰ, ਜਾਂ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਕਿਸੇ ਪੇਸ਼ੈਂਟ ਨੂੰ ਅਲਾਓ ਕਰਨਗੇ ਵੀ ਸਾਡੇ ਸੂਬੇ 'ਚ ਆ ਕੇ ਤੁਸੀਂ ਪਹਿਲਾਂ ਇਲਾਜ ਕਰਾਓ ਹੈਗਾ। ਨਹੀਂ, ਪਰ ਫਿਰ ਇਹ ਤਾਂ ਫਿਰ ਠੀਕ ਨਹੀਂ ਨਾ ਹੋਏਗਾ ਜੇ ਹੁਣ ਮੁੰਬਈ ਵਾਲੇ ਕਹਿਣ ਕਿ ਅਸੀਂ ਦਿੱਲੀ ਦੇ ਲੋਕਾਂ ਦਾ ਇਲਾਜ ਨਹੀਂ ਕਰਨਾ ਹੈਗਾ, ਜਾਂ ਕੋਈ ਹੋਰ ਸਟੇਟ ਕਹਿ ਦੇਵੇ ਕਿ ਅਸੀਂ ਦਿੱਲੀ ਦੇ ਲੋਕਾਂ ਦਾ ਇਲਾਜ। ਆਮ ਦਿਨਾਂ ਦੇ ਵਿੱਚ ਗੱਲ ਨੂੰ ਨਾ ਡਿਫਰੈਂਟ ਆ। ਹੁਣ ਜਿਹੜੇ ਹਾਲਾਤ ਨੇ ਨਾ, ਹਾਲਾਤਾਂ ਦੇ ਹਿਸਾਬ ਨਾਲ ਜਿਹੜੇ ਸੋਚ ਦਾ ਨਜ਼ਰੀਆ ਜਿਹੜਾ ਬਦਲਿਆ ਹੋਇਆ ਮੈਂ ਸੋਚਦਾ ਹੈਗਾ। ਆਮ ਦਿਨਾਂ ਦੇ ਵਿੱਚ ਜਦ ਕੁਛ ਨਹੀਂ ਹੈ, ਲੋਕ ਦਿੱਲੀ ਇਲਾਜ ਕਰਾਉਣ ਜਾਂਦੇ ਹੀ ਨੇ। ਮਤਲਬ ਹੁਣ ਜਿਹੜੇ ਹਾਲਾਤ ਨੇ, ਹੁਣ ਹੈਗੀ ਹੈ ਮਹਾਂਮਾਰੀ ਫੈਲੀ ਬਹੁਤ ਬੁਰੀ। ਦਿੱਲੀ ਸਰਕਾਰ ਨੂੰ ਇਹ ਹੈਗਾ, ਦੇਖੋ ਉਹਨਾਂ ਨੇ ਇਹ ਗੱਲ ਕਿਹਾ ਸਿਸੋਦੀਆ ਸਾਹਿਬ ਨੇ ਅੱਜ, ਵੀ ਇਸ 30 ਜੁਲਾਈ ਤੱਕ ਸਾਡੇ ਇੱਥੇ 5 ਲੱਖ ਕੇਸ ਹੋ ਜਾਏਗਾ। ਅੱਜ ਇਹ ਰਫਤਾਰ, ਹਾਂ, ਇਹ ਜੋ ਰਫਤਾਰ ਹੈਗੀ ਹੈ, ਅਤੇ ਸਾਨੂੰ 80,000 ਬੈੱਡ ਸਾਨੂੰ ਜ਼ਰੂਰਤ ਹੈਗੀ ਆ। ਵੀ ਜੇ ਇਸ ਹਿਸਾਬ ਨਾਲ, ਇਸ ਮਿਕਦਾਰ ਦੇ ਨਾਲ ਕੇਸ ਵੱਧਦੇ ਨੇ, ਤਾਂ ਜਿਹੜਾ ਸਿਹਤ ਪ੍ਰਬੰਧ ਨੇ ਦਿੱਲੀ ਦੇ, ਉਹ ਮਤਲਬ ਬੇਜ਼ਾਰ ਹੋ ਜਾਣਗੇ। ਉਹਨਾਂ ਦਾ ਕਹਿਣਾ ਮੁਤਾਬਕ, ਜੋ ਉਹਨਾਂ ਨੇ ਐਲਜੀ ਸਾਹਿਬ ਨੂੰ ਅੱਜ ਜਾ ਕੇ ਕਿਹਾ ਹੈ, ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਵੀ ਜਿਹੜਾ ਇਹ ਪੁਨਰ ਵਿਚਾਰ ਕੀਤਾ ਜਾਵੇ ਇਸ ਫੈਸਲੇ ਉੱਪਰ। ਅੱਜ ਮਨੀਸ਼ ਸਿਸੋਦੀਆ ਮਿਲੇ ਸੀਗੇ, ਪੁਨਰ ਵਿਚਾਰ ਕੀਤਾ ਜਾਵੇ ਇਸ ਫੈਸਲੇ 'ਤੇ। ਅਤੇ ਐਲਜੀ ਸਾਹਿਬ ਨੇ ਵੀ ਕਿਹਾ ਵੀ ਅਸੀਂ ਤੁਹਾਨੂੰ ਸੋਚ ਕੇ ਦੱਸਦੇ ਹੈਗੇ ਹਾਂ। ਉਹ ਲੜਾਈ ਤੇ ਜਿਹੜੀ ਦਿੱਲੀ ਸਰਕਾਰ ਕਹਿ ਰਹੀ ਹੈ, ਇਹ ਰਾਜਨੀਤਿਕ ਲੜਾਈ ਹੈ। ਜਿਹੜੀ ਕੇਂਦਰ ਸਰਕਾਰ ਕਹਿ ਰਹੀ ਹੈ, ਐਲਜੀ ਸਾਹਿਬ ਕਹਿ ਰਹੇ ਨੇ, ਉਹ ਕਹਿੰਦੇ ਹਸਪਤਾਲਾਂ ਦੇ ਸਭ ਦਾ ਹੱਕ ਹੈ। ਗੱਲ ਇਹ ਹੈ। ਫਿਰ ਹੁਣ ਜਦੋਂ ਗੱਲ ਕਰਦੇ ਹਾਂ ਕਿ ਦੇਸ਼ ਦੇ ਵਿੱਚ ਇਲਾਜ ਦੀ ਗੱਲ ਕਰਦੇ ਹਾਂ, ਬਜਟ ਦੀ ਗੱਲ ਕਰਦੇ ਹਾਂ, ਤਾਂ ਬਾਕੀ ਸੂਬਿਆਂ ਦਾ ਬਜਟ, ਦਿੱਲੀ ਦਾ ਬਜਟ, ਕੁਝ ਫਰਕ ਹੈ ਬਾਕੀ? ਦੇਖੋ ਦਿੱਲੀ ਦਾ ਜਿਹੜਾ ਬਜਟ ਹੈਗਾ, ਦਿੱਲੀ ਦੇ ਵਿੱਚ 38 ਹੈਗੇ ਗੌਰਮੈਂਟ ਆਫ ਦਿੱਲੀ ਦੇ ਹਸਪਤਾਲ, ਇਹਨਾਂ ਦਾ ਹੈਗਾ 700 ਕਰੋੜ ਦਾ ਬਜਟ। ਅਤੇ 6800 ਕਰੋੜ ਦਾ ਬਜਟ ਹੈਗਾ ਜਿਹੜੇ ਕੇਂਦਰ ਸਰਕਾਰ ਦੇ ਬਾਕੀ ਹਸਪਤਾਲ ਨੇ। ਏਮਸ ਦਾ ਸਾਨੂੰ ਜ਼ਿਆਦਾ 3300 ਕਰੋੜ ਦਾ ਹੈਗਾ, ਸਫਦਰਗੰਜ ਹਸਪੀਟਲ ਹੈਗਾ 1100 ਕਰੋੜ ਦਾ ਉਹਦਾ ਹੈਗਾ। ਦੋਨੋਂ ਦਾ ਬਜਟ ਮਿਲਾ ਕੇ 14,000 ਕਰੋੜ ਦੇ ਲਗਭਗ ਬਣਦਾ ਹੈਗਾ। ਯੂਪੀ ਦਾ ਬਜਟ ਹੈਗਾ 25 ਕਰੋੜ ਦਾ, ਪਰ ਯੂਪੀ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਯੂਪੀ ਦੀ। ਹਰਿਆਣੇ ਦਾ ਬਜਟ ਹੈਗਾ 7 ਕਰੋੜ ਦੇ ਲਗਭਗ, ਜਿਹੜਾ ਹਰਿਆਣੇ ਦਾ ਬਜਟ ਹੈਗਾ। ਗੱਲ ਇੱਥੇ ਹੁਣ ਬਜਟ ਦੀ ਨਹੀਂ ਹੈ, ਹੁਣ ਹੈਗੀ ਆ ਜਿਹੜੀ ਕਿ
ਆਪਣੇ ਪੇਸ਼ੈਂਟ ਆ ਉਹ ਹੈਗਾ ਬਹੁਤ ਜ਼ਿਆਦਾ। ਇਹੀ ਸਵਾਲ ਸੀਗਾ ਵੀ ਦਿੱਲੀ ਦੇ ਵਿੱਚ ਹਰਿਆਣੇ ਦਾ patient ਵੀ ਲੋਕ ਜ਼ਿਆਦਾ ਇਲਾਜ ਕਰਵਾਉਣ ਜਾ ਰਹੇ ਉਹਦਾ ਕਾਰਨ ਇਹ ਦੇਖੋ ਦਿੱਲੀ ਦਾ ਵਧੀਆ ਇਲਾਜ ਆ ਉੱਥੇ। ਦਿੱਲੀ ਦੀ ਜਿਹੜੀਆਂ ਸੀਮਾ ਹੈਗੀਆਂ ਨੇ ਉਹਦੇ ਆਲੇ ਦੁਆਲੇ ਹਰਿਆਣਾ ਵੀ ਲੱਗਦਾ, ਯੂਪੀ ਵੀ ਲੱਗਦਾ ਤੇ ਸਾਰੇ ਸਟੇਟਾਂ ਨਾਲ ਲੱਗਦੀਆਂ ਨੇ। ਹੁਣ ਉਹ ਨੋਇਡਾ ਵਾਲੇ ਦਿੱਲੀ ਆ ਰਹੇ ਨੇ, ਸਿਹਤ ਪ੍ਰਬੰਧ ਦਿੱਲੀ ਜ਼ਿਆਦਾ ਵਧੀਆ ਨੇ, ਇਹਦੇ ਗੁੜਗਾਉਂ ਵਾਲੇ ਉੱਥੇ ਜਾ ਰਹੇ, ਹਰਿਆਣੇ ਵਾਲੇ ਵੀ ਜਾ ਰਹੇ ਨੇ, ਉੱਥੇ ਗਾਜ਼ੀਆਬਾਦ ਵਾਲੇ ਸਾਰੇ ਉੱਥੇ ਜਾ ਰਹੇ ਨੇ। ਉਹ ਜਿਹੜਾ ਲੋਡ ਆ ਸਿਸਟਮ 'ਤੇ ਜ਼ਿਆਦਾ ਵੱਧ ਗਿਆ, ਜਿਹੜਾ ਉੱਥੇ ਦਾ ਹੈਲਥ ਸਿਸਟਮ ਹੈ ਉਹ ਉਹਦਾ ਲੋਡ ਜ਼ਿਆਦਾ ਵੱਧ ਗਿਆ। ਸਰਕਾਰ ਨੂੰ ਇਹ ਹੈਗਾ ਵੀ ਕਿਤੇ ਇਹ ਸਿਸਟਮ ਡਿਫੰਟ ਨਾ ਹੋ ਜਾਏ ਕਿਤੇ, ਜਾਂ ਇਹ ਮਤਲਬ ਪੈਰਾਲਾਈਜ਼ ਨਾ ਹੋ ਜਾਏ ਸਿਸਟਮ ਨੂੰ। ਇਹ ਪਰ ਜਿਸ ਢੰਗ ਦੇ ਨਾਲ ਕ੍ਰਾਈਸਿਸ ਬਹੁਤ ਜ਼ਿਆਦਾ ਨੇ, ਇਦਾਂ ਕਿਸੇ ਨੂੰ ਮੋੜਿਆ ਨਹੀਂ ਜਾ ਸਕਦਾ ਇਲਾਜ ਦੇ ਤੌਰ ਤੇ ਕਿ ਦਿੱਲੀ ਦੇ ਵਿੱਚ ਦਿੱਲੀ ਦਾ ਇਲਾਜ ਹੋਏਗਾ, ਇਹ ਸੰਭਵ ਨਹੀਂ ਗੱਲ ਲੱਗਦੀ। ਦੇਖੋ ਮੈਂ ਤੈਨੂੰ ਹੀ ਕਹਿੰਦਾ ਉਹ ਮੁੱਖ ਮੰਤਰੀ ਤੌਰ 'ਤੇ ਸੋਚਦੇ ਹੈਗੇ, ਬਾਕੀ ਜਿਵੇਂ ਅਸੀਂ ਮਨੁੱਖਤਾ ਦੇ ਹਿਸਾਬ ਨਾਲ, ਮਾਨਵਤਾ ਦੇ ਹਿਸਾਬ ਨਾਲ ਸੋਚਦੇ ਹੈਗੇ ਆ। ਤੇ ਦੇਸ਼ ਸਾਰਿਆਂ ਦਾ ਸਾਂਝਾ ਹੈਗਾ, ਸਭ ਨੂੰ ਅਧਿਕਾਰ ਆ ਆਪਣੀ ਜਾਨ ਬਚਾਉਣ ਦਾ ਤੇ ਆਪਣੇ ਇਲਾਜ ਕਰਵਾਉਣ ਦਾ। ਹੁਣ ਹਾਲਾਤ ਕੀ ਨੇ, ਜਾਂ ਤਾਂ ਫਿਰ ਸਿਹਤ ਪ੍ਰਬੰਧ ਏਮਸ ਤੇ ਜਿਹੜੀ ਹੈਗੀ ਆ ਪੇਸ਼ੈਂਟ ਘੱਟ ਲੈ ਰਿਹਾ, ਜਾਂ ਤਾਂ ਜਿਹੜੇ ਪ੍ਰਬੰਧ ਨੇ ਦਰੁਸਤ ਕਰ ਦੇਵੇ ਸਰਕਾਰ, ਜਾਂ ਉਸ ਤਰ੍ਹਾਂ ਪ੍ਰਬੰਧ ਕਰ ਦੇਵੇ, ਹੋਰ ਬੈਡਸ ਦਾ ਅਰੇਂਜ ਹੋ ਜਾਊਗਾ। ਉਹ ਬੰਬੇ ਨੂੰ ਦੇਖ ਕੇ ਡਰ ਰਹੇ ਨੇ, ਜੋ ਹਾਲਾਤ ਬੰਬੇ ਦੇ ਹੋਏ ਕਿ ਦਿੱਲੀ ਦੇ ਹਾਲਾਤ ਨਾ ਹੋ ਜਾਣ। ਵੀ ਜਵਾਬ ਦੇ ਅਸੀਂ ਹਾਂ ਪਬਲਿਕ ਨੂੰ, ਕਿ ਅਸੀਂ ਵੋਟਾਂ ਦਿੱਲੀ ਪਬਲਿਕ ਤੋਂ ਲੈਣੀਆਂ, ਅਸੀਂ ਯੂਪੀ ਆ ਹਰਿਆਣੇ ਦੇ ਲੋਕ। ਮਤਲਬ ਗੱਲ ਜਿਹੜੀ ਆ ਉਹ ਕੇਜਰੀਵਾਲ ਹੋਰਾਂ ਦੀ ਸਰਕਾਰ ਤੇ ਆਉਣੀ ਆ, ਜੇ ਉਹ ਚੰਗੀ ਤਰ੍ਹਾਂ ਨਿਪਟਦੇ ਨੇ ਤਾਂ ਵੀ, ਜੇ ਕਿਤੇ ਫੇਲ ਰਹਿੰਦੇ ਨੇ ਕਿਸੇ ਕਾਰਨ ਤਾਂ ਵੀ ਦਿੱਲੀ ਸਰਕਾਰ ਤੇ ਗੱਲ ਆਉਣੀ ਤੇ ਉਹ ਆਪਣੀ ਛਵੀ ਬਚਾਉਣ ਦੇ ਵਿੱਚ ਲੱਗੇ। ਉਹੀ ਰਾਜਨੀਤਿਕ ਪੱਖ ਸੋਚ ਰਹੇ ਨਾ ਉਹ ਆਪਣਾ, ਕਿ ਅਸੀਂ ਆਪਣੇ ਵੋਟਰ ਨੂੰ ਕੀ ਜਵਾਬ ਦੇਵਾਂਗੇ, ਉਸ ਆਧਾਰ ਤੇ ਸੋਚ ਰਹੇ ਨੇ। ਅੱਛਾ, ਚਰਚਾ ਜਿਹੜੀ ਹੈ ਜਦੋਂ ਕਰੋਨਾ ਵਾਇਰਸ ਦੇ ਨਾਲ ਨਿਪਟਣ ਦੀ ਚੱਲ ਰਹੀ ਹੈ, ਜਦੋਂ ਬਜਟ ਦੀ ਚੱਲ ਰਹੀ ਹੈ, ਤਾਂ ਇਸੇ ਦੇ ਵਿੱਚ ਇੱਕ ਵਰਚੁਅਲ ਰੈਲੀ ਦੀ ਵੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਦੇ ਵੱਲੋਂ ਬਿਹਾਰ ਦੇ ਵਿੱਚ ਇੱਕ ਵਰਚੁਅਲ ਰੈਲੀ ਕੀਤੀ ਗਈ, ਉੱਥੇ ਐਲਸੀਡੀਆਂ ਲਾਈਆਂ ਗਈਆਂ, ਉਹਨਾਂ ਦਾ ਵੀ ਰੌਲਾ ਪੈ ਰਿਹਾ। ਬਹੁਤ ਵੱਡਾ ਮੁੱਦਾ ਹੈਗਾ। ਦੇਖੋ ਦੇਸ਼ ਦਾ ਜਿਹੜਾ ਮਜ਼ਦੂਰ ਹੈ ਉਹ ਪੈਦਲ ਚੱਲ ਕੇ ਰਸਤਿਆਂ 'ਚ ਮਰਦੇ ਰਹੇ ਨੇ, ਐਕਸੀਡੈਂਟ ਹੁੰਦੇ ਰਹੇ ਨੇ, ਰੇਲ ਪਟੜੀਆਂ ਪਰ ਸਿਰ ਰੱਖ ਕੇ ਇਹਨਾਂ ਸਿਰ ਕੱਟੇ ਗਏ ਨੇ। ਤੇ ਅਸੀਂ ਵਰਚੁਅਲ ਰੈਲੀ ਦੀ ਗੱਲ ਕਰਦੇ ਹੈਗੇ ਹਾਂ, ਅਸੀਂ ਕਿਸ ਆਧਾਰ ਤੇ ਕਰਦੇ ਪਏ ਹਾਂ? ਇੱਕ ਪਾਸੇ ਕਹਿੰਦੇ ਸਾਡੇ ਕੋਲ ਬਜਟ ਨਹੀਂ ਹੈਗਾ, 144 ਕਰੋੜ ਰੁਪਏ ਖਰਚਿਆ ਗਿਆ ਜਿਹੜੀ ਉੱਥੇ ਹੋਈ ਹੈ, ਤੇ 72,000 LED ਉੱਥੇ ਲਗਾਈ ਗਈ ਸੀ, 144 ਕਰੋੜ ਦਾ ਬਜਟ ਬਣਿਆ। ਇੱਕ ਟ੍ਰੇਨ ਨੂੰ ਚਲਾਉਣ ਲਈ 8 ਲੱਖ ਦਾ ਬਜਟ ਚਾਹੀਦਾ, ਜੋ ਰੇਲਵੇ ਨੇ ਆਪਣਾ ਦਿੱਤਾ ਹੈਗਾ, ਸਰਕਾਰਾਂ ਨੂੰ ਕੋਟੇਸ਼ਨਸ ਦਿੱਤੀਆਂ ਨੇ। 8 ਲੱਖ ਰੁਪਏ ਇੱਕ ਸਰਕਾਰ ਤੋਂ ਉਹਨਾਂ ਨੇ ਮੰਗਿਆ ਸੀ, ਸਾਡਾ ਖਰਚਾ ਹੈਗਾ। ਜੇ ਇਸ ਬਜਟ ਦੇ ਨਾਲ ਤੁਸੀਂ ਦੇਖੋ 1800 ਟ੍ਰੇਨ ਚੱਲ ਸਕਦੀ ਸੀ, 24 ਲੱਖ ਬੰਦਾ ਆਪਣੇ ਘਰ ਜਾ ਸਕਦਾ ਸੀ। ਵੱਡੀ ਗੱਲ, ਠੀਕ ਹੈ ਨਾ। ਅਸੀਂ ਉਹਨਾਂ ਨੂੰ ਤਾਂ ਕਹਿਤਾ ਕਿ ਪੈਦਲ ਜਾਓ, ਜੇ ਮਰਦੇ ਹੋ ਤਾਂ ਮਰੋ, ਠੀਕ ਹੈ। ਤੁਸੀਂ ਆਪਣੇ ਥੋੜੀ ਆਪਣੀ ਰੱਖਿਆ ਆਪ ਕਰਨੀ ਹੈਗੀ ਆ, ਆਤਮ ਨਿਰਭਰ ਬਣੋ। ਤੁਸੀਂ ਉਹਨਾਂ ਤੋਂ ਜਿਹੜੇ ਤੁਸੀਂ ਪਾਠ ਪੜ੍ਹਾਤੇ ਵੀ ਆਤਮ ਨਿਰਭਰ ਬਣੋ, ਤੇ ਬਣ ਵੀ ਗਏ ਵਿਚਾਰੇ। ਕੋਈ ਸਾਈਕਲ ਤੇ ਗਿਆ, ਕੋਈ ਪੈਦਲ ਚੱਲ ਕੇ ਗਿਆ, ਉਹਨਾਂ ਨੇ ਦੇਖ ਲਿਆ ਵੀ ਸਾਡਾ ਵਾਲੀ ਵਾਰਸ ਕੋਈ ਨਹੀਂ ਹੈਗਾ, ਅਸੀਂ ਅਨਾਥ ਹਾਂ। ਤੇ ਇੱਕ ਪਾਸੇ ਤੁਸੀਂ ਰੈਲੀ ਕਰਦੇ ਪਏ ਹੋ, ਤੁਸੀਂ ਤੁਹਾਡਾ ਪਹਿਲਾ ਏਜੰਡਾ ਦੇਸ਼ ਦੇ ਵਿੱਚ ਸੱਤਾ ਹਾਸਲ ਕਰਨਾ ਹੈਗਾ। ਹਾਲੇ ਲੋੜ ਹੈ ਜਦੋਂ ਕਰੋਨਾ ਵਾਇਰਸ ਫੈਲ ਰਿਹਾ ਹੋਵੇ, ਰਾਜਨੀਤੀ ਹੋ ਰਹੀ ਹੈ, ਬਿਲਕੁਲ ਜ਼ਰੂਰਤ ਨਹੀਂ ਸੀ। ਤੁਸੀਂ ਤੁਹਾਡਾ ਜਿਹੜਾ ਕੇਂਦਰ ਬਿੰਦੂ ਹੋਏਗਾ, ਸੋਚ ਦਾ ਕੇਂਦਰ ਬਿੰਦੂ ਆ, ਉਹ ਸੱਤਾ ਹਾਸਲ ਕਰਨਾ ਹੈ। ਜਿਹੜੇ ਲੋਕ ਮਰ ਰਹੇ ਨੇ ਉਹਨਾਂ ਦੀ ਜਾਨਾਂ ਲਈ ਤੁਹਾਡੇ ਲਈ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਤੁਹਾਡਾ ਤਾਂ ਆਪਣਾ ਤਾਂ ਕੋਈ ਮਰ ਨਹੀਂ ਰਿਹਾ। ਗਰੀਬ ਇਨਸਾਨ ਮਰ ਰਿਹਾ ਜਿਹਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਹੈ। ਉਹ ਲੋਕ ਬੇਬਸ ਲੋਕ ਨੇ ਜਿਹਨਾਂ ਦੀ ਕੋਈ ਆਵਾਜ਼ ਉਠਾਉਣ ਵਾਲਾ ਅੱਗੇ ਬੰਦਾ ਹੀ ਨਹੀਂ ਹੈਗਾ, ਤੇ ਉਹਨਾਂ ਦੀ ਲੋੜ ਵੋਟਾਂ 'ਚ ਹੈਗੀ ਆ, ਉਹ ਕੀ ਲਈ ਜਾਣਗੇ। ਹੁਣ ਮਤਲਬ ਪਹਿਲਾ ਫੋਕਸ ਜਿਹੜਾ ਕੇਂਦਰ ਬਿੰਦੂ ਦੀ ਸੋਚ ਦਾ ਜਾਂ ਪਾਰਟੀ ਦਾ ਜਿਹੜਾ ਅਸੀਂ ਇਹ ਰੈਲੀ ਦਾ ਸੀਗਾ, ਉਹ ਮਤਲਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ 144 ਕਰੋੜ ਨਾਲ 24 ਲੱਖ ਮਜ਼ਦੂਰ ਆਪਣੇ ਘਰ ਪਹੁੰਚ ਸਕਦੇ ਸੀ, ਜੋ ਪੈਦਲ ਤੁਰੇ ਜਾ ਰਹੇ ਆ, ਕਿਤੇ ਹੋਰ ਜਾ ਰਹੇ ਨੇ। ਉਹ ਤੁਹਾਡੇ ਕੋਲ ਬਜਟ ਨਹੀਂ ਸੀਗਾ, ਤੇ 144 ਕਰੋੜ ਤੁਸੀਂ ਬਿਲਕੁਲ ਵੇਸਟ ਕੀਤਾ, ਮੈਂ ਇਹ ਮੰਨਦਾ ਹੈਗਾ। ਪਰ ਤੁਹਾਨੂੰ ਲੱਗਦਾ ਨਹੀਂ ਕਿ ਉਹ ਪੋਲੀਟੀਕਲ ਰੈਲੀ ਸੀਗੀ, ਉਹਨਾਂ ਦੀ ਆਪਣੀ ਰੈਲੀ ਸੀਗੀ, ਇਹ ਸਰਕਾਰ ਦੇ ਲੈਵਲ ਦੀ ਗੱਲ ਹੈ? ਨਹੀਂ ਹੈਗੀ, ਆਪਣੀ ਸੀ, ਪਰ ਉਹਦਾ ਮਕਸਦ ਕੀ ਸੀਗਾ, ਉਹਦੇ ਪਿੱਛੇ ਇਰਾਦਾ ਕੀ ਸੀਗਾ? ਇਰਾਦਾ ਸੀਗਾ ਸੱਤਾ ਹਾਸਲ ਕਰਨਾ। ਜਿਹੜਾ ਹੁਣ ਸਮਾਂ ਹੈਗਾ, ਉਹ ਜਿਹੜੇ ਉਸ ਇਰਾਦੇ ਦੇਸ਼ ਸੇਵਾ ਦੇ ਚਾਹੀਦੇ ਨੇ, ਲੋਕ ਸੇਵਾ ਦੇ ਇਰਾਦੇ ਚਾਹੀਦੇ ਨੇ, ਨਾ ਕਿ ਲੋਕਾਂ ਨੂੰ ਮਾਰਨ ਦੇ। ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਸਿਕਿਉਰਿਟੀ ਦਾ ਖਰਚਾ ਹੈ, ਡੇਲੀ ਦਾ ਜਾਂ ਸਾਲ ਦਾ, ਜਾਂ ਜਦੋਂ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਆ, ਉਹ ਵੀ ਇੱਕ ਚਰਚਾ ਹੈ ਕਿ ਵੱਡੇ ਪੱਧਰ ਤੇ ਬਜਟ ਉਹਦੇ ਤੇ ਖਰਚ ਹੋ ਰਿਹਾ। ਹਾਂ, ਦੇਖੋ ਉਹ ਮੁੱਦਾ ਵੀ ਉੱਠ ਰਿਹਾ ਹੈਗਾ। ਤੇ ਦੇਖੋ ਪ੍ਰਧਾਨ ਮੰਤਰੀ ਸੁਰੱਖਿਆ, ਚਲੋ ਉਹ ਦੇਸ਼ ਦੀ ਜ਼ਿੰਮੇਵਾਰੀ ਹੈਗੀ, ਪਰ ਦੇਖੋ ਜਦੋਂ 1950 ਦੇ ਵਿੱਚ ਸਰਕਾਰ ਬਣੀ ਆ, ਉਸ ਟਾਈਮ ਵਿਰੋਧੀਆਂ ਨੇ ਇਹ ਗੱਲ ਉਠਾਈ ਸੀਗੀ ਵੀ ਜਿਹੜੀ ਨਹਿਰੂ ਦੀ ਆਪਣੇ ਪਰ ਡੇ ਦਾ ਖਰਚਾ, ਹਰ ਰੋਜ਼ ਦਾ ਖਰਚਾ 25,000 ਰੁਪਏ, ਤੇ ਉਹ ਤੋਂ ਆਮ ਇਨਸਾਨ ਦੀ ਜਿਹੜੀ ਰੋਜ਼ ਦੀ ਕਮਾਈ ਸੀਗੀ ਉਹ 3 ਪੈਨੀਆਂ ਸੀ, 12 ਆਨੇ ਸੀਗੀ ਉਦੋਂ, ਉਹ ਉਸ ਟਾਈਮ 25,000 ਰੁਪਏ ਖਰਚ ਹੁੰਦਾ ਸੀਗਾ। ਤੇ ਦੇਖੋ ਜੋ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉੱਥੋਂ ਇਹ ਹੋਇਆ ਵੀ ਦੇਖੋ ਪਹਿਲਾਂ ਉਹਨਾਂ ਨੇ ਰਾਜ ਭੋਗਿਆ ਹੈਗਾ, ਉਹ ਇੱਕ ਸ਼ਹਿਨਸ਼ਾਹ ਬਾਦਸ਼ਾਹ ਤਰ੍ਹਾਂ, ਜਿਹੜੇ ਸਾਡੇ ਪ੍ਰਧਾਨ ਮੰਤਰੀ ਜਿਹੜਾ ਲਾਈਫ ਸਟਾਈਲ ਪੈਰਿਸ ਤੋਂ ਕੱਪੜੇ ਪ੍ਰੈਸ ਹੁੰਦੇ ਸੀ, ਬਾਦਸ਼ਾਹ ਤਰ੍ਹਾਂ ਰਹਿੰਦੇ ਨੇ। ਉਹ ਮਤਲਬ ਉਹ ਬਾਦਸ਼ਾਹ ਦੀ ਜਿਹੜੀ ਰੀਤ ਆ ਟੁੱਟੀ ਨਹੀਂ ਕਿਤੇ ਆ ਕੇ। ਉਹਨੇ ਉਹਨਾਂ ਨੂੰ ਪੋਲੀਟੀਕਲ ਤੌਰ ਤੇ, ਰਾਜਨੀਤਿਕ ਤੌਰ ਤੇ ਇੱਕ ਦੂਜੇ ਨੂੰ ਬਦਨਾਮ ਜ਼ਰੂਰ ਕੀਤਾ ਹੈਗਾ। ਤੇ ਹਾਂ, ਮੋਦੀ ਸਾਹਿਬ ਦੀ ਅਸੀਂ ਗੱਲ ਕਰਦੇ ਹੈਗੇ, ਸਾਲ ਦਾ 525 ਕਰੋੜ ਦਾ ਉਹਨਾਂ ਦਾ ਇਕੱਲਾ ਸਿਕਿਉਰਿਟੀ ਦਾ ਬਜਟ ਆ,
ਮਤਲਬ ਆਮ ਲੋਕ ਹੈਰਾਨ ਹੋਣਗੇ ਕਿ 550 ਕਰੋੜ ਰੁਪਇਆ ਮੈਨੂੰ ਲੱਗਦਾ ਸ਼ਾਇਦ ਇਹ ਲੋਕ ਸਭਾ 'ਚ ਅੰਕੜੇ ਦਿੱਤੇ ਗਏ ਨੇ। ਹਾਂ ਬਿਲਕੁਲ, ਇਹ ਮਤਲਬ ਇਹ ਜਿਹੜੇ ਅੰਕੜੇ ਹੈਗੇ ਨੇ ਇਹ ਸਰਕਾਰੀ ਅੰਕੜੇ ਨੇ 550 ਕਰੋੜ ਦੇ। ਇਹ ਸਿਕਿਉਰਿਟੀ ਦਾ ਸਿਰਫ ਕੱਲੀ ਸਿਕਿਉਰਿਟੀ ਦਾ ਹੈਗਾ। ਤੇ ਹੁਣ ਅਸੀਂ ਦੇਖ ਲਓ ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਨੂੰ ਕਿੰਨੀ ਜ਼ਰੂਰਤ ਹੈ ਤੇ ਕੀ ਇੰਨਾ ਪੈਸਾ ਜਿਹੜਾ ਹੈਗਾ ਕਿ ਕਿਤੋਂ ਬਚਾਇਆ ਜਾ ਸਕਦਾ ਹੈਗਾ, ਕਿ ਉਹ ਪੈਸਾ ਬਚਾ ਕੇ ਕਿਸੇ ਗਰੀਬ ਦੀ ਭਲਾਈ ਲਾਇਆ ਜਾ ਸਕਦਾ, ਐਜੂਕੇਸ਼ਨ 'ਤੇ ਲਾਇਆ ਜਾ ਸਕਦਾ। ਠੀਕ ਹੈ, ਤੁਸੀਂ ਇਹ ਪ੍ਰਧਾਨ ਮੰਤਰੀ ਡਰੈਸਾਂ ਦਾ ਨਹੀਂ ਖਰਚਾ ਦੇਖਿਆ ਸੀ, ਇੱਕ ਦਿਨ ਦਾ ਪਰ ਡੇ ਦਾ ਡਰੈਸਾਂ ਦਾ ਖਰਚਾ 3 ਤੋਂ 4 ਲੱਖ ਰੁਪਏ ਹੈ ਪ੍ਰਧਾਨ ਮੰਤਰੀ ਦਾ। ਦੇਖ ਲਓ ਤੁਸੀਂ ਹਿਸਾਬ ਲਾ ਲਓ, ਮਤਲਬ ਇਹ ਬੋਝ ਪੈਸਾ ਕਿਹਦਾ ਹੈਗਾ। ਅਸੀਂ ਗਰੀਬ ਦੇਸ਼ ਕਹਿੰਦੇ ਆ, ਅਸੀਂ ਕਹਿੰਦੇ ਪ੍ਰਧਾਨ ਮੰਤਰੀ ਕਹਿੰਦੇ ਫਕੀਰ ਆ, ਕੀ ਫਕੀਰ 3 ਲੱਖ ਦਾ ਸੂਟ ਪਾਉਂਦਾ ਹੁੰਦਾ ਹਰ ਰੋਜ਼? ਮੈਨੂੰ ਇੱਕ ਗੱਲ ਦੱਸੋ ਜੀ। ਮਤਲਬ ਇਹ ਹਿਪੋਕ੍ਰੇਟ ਦੀ ਪੋਲਿਟਿਕਸ ਹੈਗੀ ਆ, ਰਾਜਨੀਤੀ ਹੈਗੀ ਆ, ਦਿਖਾਓ ਕੁਝ ਹੋਰ, ਅੰਦਰੋਂ ਤੁਸੀਂ ਛੁਰੀ ਫੇਰੀ ਚੱਲੋ। ਮਤਲਬ ਦੇਖੋ ਪ੍ਰਧਾਨ ਮੰਤਰੀ, ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਦੇ ਹਾਲਾਤ ਦੇਖਦੇ ਹਾਂ, ਮੀਡੀਆ ਰਿਪੋਰਟਸ ਨੇ, ਕੋਈ ਸਾਈਕਲ ਤੇ ਆਪਣੀ ਜਿਹੜੀ ਧੀ ਹੈ ਆਪਣੇ ਬਾਪ ਨੂੰ ਇੰਨੀ ਦੂਰ ਲੈ ਕੇ ਜਾ ਰਹੀ ਹੈ, ਕੋਈ ਪੈਦਲ ਜਾ ਰਿਹਾ ਹੈ, ਕੋਈ ਜਿਵੇਂ ਤੁਸੀਂ ਦੱਸਿਆ ਕਿ ਟ੍ਰੇਨ ਦੀਆਂ ਪਟੜੀਆਂ ਤੇ ਮਜ਼ਦੂਰ ਮਰ ਗਏ, ਕੋਈ ਆਟੇ ਵਾਲੀਆਂ ਥੈਲੀਆਂ ਵਾਲੇ ਟਰੱਕ ਦੇ ਵਿੱਚ ਚਲੇ ਗਿਆ, ਉੱਥੇ ਐਕਸੀਡੈਂਟ ਹੋ ਗਿਆ। ਮਤਲਬ ਜ਼ਮੀਨੀ ਹਕੀਕਤ ਹੈ ਇਹ, ਅੱਧੀ ਆਬਾਦੀ ਜਿਹੜੀ ਆ ਉਹ ਭੁੱਖਮਰੀ ਦਾ ਸ਼ਿਕਾਰ ਹੈ, ਤੇ ਦੂਜੇ ਪਾਸੇ ਏਡੇ ਵੱਡੇ ਲੈਵਲ ਤੇ ਜਿਹੜੇ ਖਰਚੇ ਹੋ ਰਹੇ ਨੇ ਲਗਾਤਾਰ। ਦੇਖੋ ਉਹਨਾਂ ਪੁੱਛਣ ਵਾਲਾ ਨਹੀਂ ਕੋਈ ਹੈਗਾ। ਦੇਖੋ ਤੁਸੀਂ 20,000 ਕਰੋੜ ਦਾ ਇਹਨਾਂ ਨੇ ਬਜਟ ਬਣਾਤਾ ਵੀ ਨਾਰਥ ਬਲਾਕ ਤੇ ਸਾਊਥ ਬਲਾਕ ਨਵਾਂ ਬਣਾਉਣਾ ਹੈਗਾ। ਤੁਸੀਂ 20,000 ਕਰੋੜ ਪਹਿਲਾਂ ਹੁਣ ਲੋਕਾਂ ਜਿਹੜੇ ਮਰਦੇ ਪਏ ਨੇ, ਕੋਈ ਸਿਹਤ ਪ੍ਰਬੰਧ ਸੁਧਾਰਨ ਦੀ ਗੱਲ ਕਰੋ, ਤੁਸੀਂ ਬਾਕੀ ਸਾਰੇ ਕੰਮ ਰੋਕਤੇ। ਦੇਖੋ ਇਹਨਾਂ ਨੇ 20,000 ਕਰੋੜ ਉਹਦੇ ਓਕੇ ਕਰਤਾ ਸਰਕਾਰ ਨੇ। ਹੋਰ ਕਾਫੀ ਇਹਨਾਂ ਦੀ ਸਕੀਮਾਂ ਸੀ, 150 ਕਰੋੜ ਦੇ ਨੀਚੇ ਬਜਟ ਸੀ ਸਰਕਾਰ ਨੇ, ਕਿਉਂਕਿ ਸਰਕਾਰ ਦੀ ਜਿਹੜੀ ਕਲੈਕਸ਼ਨ ਹੋਈ ਹੈ, ਸਰਕਾਰ ਕਹਿੰਦੀ ਅਸੀਂ ਫਰਵਰੀ ਤੱਕ ਪੈਸਾ ਦਿੱਤਾ GST ਸਟੇਟਾਂ ਨੂੰ। ਇਹਨਾਂ ਦੀ ਜਿਹੜੀ ਕਲੈਕਸ਼ਨ ਹੋਈ ਹੈ ਅਪ੍ਰੈਲ ਦੀ, ਉਹ 24,000 ਕਰੋੜ ਦੀ ਹੋਈ ਹੈ, ਜਦਕਿ 4 ਲੱਖ ਕਰੋੜ ਮਹੀਨੇ ਦੀ ਹੋਣੀ ਚਾਹੀਦੀ ਸੀ। ਸਰਕਾਰ ਨੂੰ ਆਪਣੇ ਲੈਵਲ ਤੇ ਵੀ ਖਰਚੇ ਸਰਕਾਰ ਨੂੰ ਦੇਖੋ, ਤੁਸੀਂ ਇੱਕ ਪਾਸੇ ਜਿਹੜਾ ਰੈਵਨਿਊ ਘਟ ਰਿਹਾ ਹੈਗਾ, ਤੇ ਤੁਸੀਂ ਦੂਜਾ ਪਾਸਾ ਵੀ ਸੋਚੋ ਨਾ, ਤੁਸੀਂ ਜਿਹੜੀ ਬਿਲਡਿੰਗਾਂ ਬਣਾਉਣੀਆਂ, ਬਿਲਡਿੰਗਾਂ ਹੁਣ ਕਿਹੜਾ ਬਾਹਰ ਬੈਠੇ ਨੇ ਵੀ ਪਾਰਕ ਦੇ ਕੁਰਸੀਆਂ ਲਾਈ ਬੈਠੇ ਨੇ, ਹੁਣ ਤੇ ਵਧੀਆ ਬਿਲਡਿੰਗਾਂ 'ਚ ਬੈਠੇ ਨੇ, ਇੱਕ ਸਾਲ ਇਹ ਬਣਾ ਲਿਓ। ਤੁਸੀਂ 20,000 ਕਰੋੜ ਦੇ ਲਈ ਓਕੇ ਕਰਤਾ, ਚਲੋ ਬਣਾਓ। ਪਹਿਲ ਕਿਹੜੀ ਹੈ, ਪ੍ਰਾਇੋਰਟੀ ਕਿਹਨੂੰ ਦੇਣੀ ਹੈ? ਪ੍ਰਾਇੋਰਟੀ ਹੈਗੀ ਆਪਣੀ ਐਸ਼ੋ-ਇਸ਼ਰਤ ਜੋ ਸਰਕਾਰ ਦੀ ਹੈਗੀ ਹੈ। ਤੁਸੀਂ ਦੇਖੋ ਕਿਸ ਚੀਜ਼ ਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਨੇ ਉੱਠ ਕੇ ਕਿਸ ਗੱਲ ਕੋਈ ਗੱਲ ਕਹੀ ਹੈ ਮੈਂ ਮੇਰੇ ਦੇਸ਼ ਤੇ ਵਿਪਤਾ ਹੈਗੀ, ਮੈਂ ਇਸ ਚੀਜ਼ ਦਾ ਤਿਆਗ ਕਰਦਾ ਪਿਆ ਜੀ। ਉਹ ਤਾਂ 28 ਫਰਵਰੀ ਤੋਂ ਬਾਹਰ ਹੀ ਨਹੀਂ ਆਏ ਹੈਗੇ। ਮਤਲਬ ਉਹਨਾਂ ਨੂੰ ਜਾਨ ਕਿੰਨੀ ਪਿਆਰੀ ਹੈ। ਦੇਖੋ ਉਹਨਾਂ ਨੇ ਵਿਦੇਸ਼ ਯਾਤਰਾ ਮਿਸ ਕਰਤੀਆਂ ਆਪਣੀਆਂ ਸਾਰੀਆਂ, ਸਾਰਾ ਕੁਝ ਕਰਤਾ ਹੈਗਾ। ਤਾਂ ਲੋਕਾਂ ਨੇ ਵੋਟ ਪਾਈ ਸੀਗੀ, ਵੋਟਾਂ ਪਾ ਕੇ ਉਹਨਾਂ ਦਾ ਵਿਸ਼ਵਾਸ ਕੀਤਾ ਹੈਗਾ। ਤੇ ਮੈਂ ਤਾਂ ਇਹ ਸਮਝਦਾ ਤੁਸੀਂ ਜਿਹੜਾ ਵਿਸ਼ਵਾਸ ਕੀਤਾ ਉਹਦਾ ਵਿਸ਼ਵਾਸਘਾਤ ਤੇ ਮੰਨਦਾ ਮੈਂ ਤਾਂ ਇਹਨੂੰ। ਅੱਛਾ, ਮੁੜ ਦਿੱਲੀ ਸਰਕਾਰ ਤੇ ਆਉਂਦੇ ਆ ਕਿ ਜਿਹੜੇ ਹੁਣ ਏਮਜ਼ ਹੈ, ਸਫਦਰਜੰਗ ਹੈ, ਜਾਂ ਹੋਰ ਜਿਹੜੇ ਹਸਪੀਟਲ ਨੇ, ਡਾਕਟਰਾਂ ਦੀ ਘਾਟ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਦੋਨੇ ਪਾਸੇ ਆ, ਚਾਹੇ ਦਿੱਲੀ ਸਰਕਾਰ ਦੇ ਹਸਪੀਟਲ ਨੇ, ਚਾਹੇ ਕੇਂਦਰ ਦੇ ਹਸਪੀਟਲ ਨੇ। ਉੱਥੇ ਸਰਕਾਰਾਂ ਦੇ ਦੇਖੋ, ਦੇਸ਼ ਦੇ ਵਿੱਚ ਜਦੋਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ, ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਜਿਹੜਾ ਮੈਨੀਫੈਸਟੋ ਆ, ਕਿਉਂਕਿ ਕਿਹਾ ਜਾ ਰਿਹਾ ਵੀ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈਗਾ। ਮੈਂ ਜਿਹੜੀ ਮਰਜ਼ੀ ਸਰਕਾਰ ਆ, ਅਸੀਂ ਪੰਜਾਬ ਦੀ ਗੱਲ ਕਰੀਏ, ਕੈਪਟਨ ਸਾਹਿਬ ਨੇ 12 ਲੱਖ ਨੌਕਰੀ ਦੇਣ ਦੀ ਗੱਲ ਕੀਤੀ ਸੀ। ਜਿਹੜਾ ਸਾਡਾ ਵੋਟਰ ਆ ਨਾ, ਉਹਨੂੰ ਚੇਤਨਾ ਨਹੀਂ ਹੈ, ਉਹਨੂੰ ਗਿਆਨ ਨਹੀਂ ਹੈ, ਉਹਨੇ ਕੈਲਕੂਲੇਸ਼ਨ ਕੀਤੀ 12 ਲੱਖ ਨੌਕਰੀ ਕਿੱਦਾਂ ਮਿਲੇਗੀ। 12,000 ਬੰਦਾ ਇੱਕ ਸਾਲ 'ਚ ਰਿਟਾਇਰ ਹੁੰਦਾ, ਗਵਰਨਮੈਂਟ ਜਿਹੜਾ EMPLOYE ਹੁੰਦਾ, ਤੇ 4 ਲੱਖ ਇਸ ਟਾਈਮ ਸਰਕਾਰੀ ਕੰਮ ਦਾ ਕੰਮ ਕਰਦਾ ਪਿਆ ਸੂਬੇ ਵਿੱਚ ਪੂਰਾ 4 ਲੱਖ ਬੰਦਾ ਹੈਗਾ। 12,000 ਦੀ ਜਗ੍ਹਾ ਤੇ 12 ਲੱਖ ਨੌਕਰੀ ਸਰਕਾਰ ਕਿਵੇਂ ਦੇ ਦੂਗੀ? ਜਿਹੜੇ ਇਹ ਝੂਠੇ ਵਾਅਦੇ, ਜੇ ਲੋਕਾਂ ਨੂੰ ਸਮਝ ਹੁੰਦੀ ਅਸਲ ਦੇ ਵਿੱਚ ਕੀ ਹੈਗਾ, ਦੋ ਕਾਰਨ ਨੇ। ਇੱਕ ਤਾਂ ਅਸੀਂ ਆਪ ਬੇਈਮਾਨ ਆ, ਅਸੀਂ ਲੋਕ ਬੇਈਮਾਨ ਆ, ਅਸੀਂ ਗਲਤ ਸਰਕਾਰਾਂ ਚੁਣਦੇ ਹਾਂ। ਜੇ ਅਸੀਂ ਇਮਾਨਦਾਰ ਹੋ ਕੇ ਸਰਕਾਰਾਂ ਚੁਣੀਏ, ਸਾਨੂੰ ਕਿਉਂ ਲੋੜ ਹੈ ਕਿ ਇੱਕ MLA ਇੱਕ ਸੀਟ ਦੇ ਉੱਪਰ ਕਰੋੜਾਂ ਰੁਪਏ ਖਰਚਾ ਕਰੇ? ਅਸੀਂ ਉਹ ਕਰਾ ਰਹੇ ਹਾਂ ਨਾ, ਵੀ ਅਸੀਂ ਕਹਿੰਦੇ ਉਹ ਚੋਰ ਨੇ, ਬਾਅਦ ਚੋਂ ਇਕੱਠਾ ਕਰਦੇ ਨੇ ਉਹ। ਦੇਖੋ ਜਿਹਨੇ ਪੈਸਾ ਖਰਚਣਾ ਹੈਗਾ, ਤੁਸੀਂ ਇਮਾਨਦਾਰੀ ਸਰਕਾਰ ਕਿਉਂ ਨਹੀਂ ਚੁਣਦੇ? ਪਹਿਲੀ ਚੋਰ ਤੁਸੀਂ ਹੋ, ਫਿਰ ਤੁਸੀਂ ਕਿਸੇ ਨੂੰ ਵੱਧ ਉਂਗਲੀ ਉਠਾ ਸਕਦੇ ਹੈਗੇ। ਤੁਸੀਂ ਇਮਾਨਦਾਰੀ ਨਾਲ ਸਰਕਾਰ ਚੁਣੋ ਤੇ ਉਹ ਸਰਕਾਰ ਫਿਰ ਤੁਹਾਨੂੰ ਪਰਫਾਰਮ ਕਰਕੇ ਦੇਗੀ। ਹੁਣ ਜਦੋਂ 5 ਕਰੋੜ ਇੱਕ ਕੰਸਟੀਚੁਐਂਸੀ ਤੇ ਲਾਉਣਾ, ਫਿਰ ਉਹਨੇ ਪਹਿਲਾਂ 5 ਕਰੋੜ ਪੂਰਾ ਕਰਨਾ, ਫਿਰ ਅਗਲੀ ਵਾਰ ਨੂੰ ਇਲੈਕਸ਼ਨ ਲੜਨ ਦਾ ਉਹ ਇਕੱਠਾ ਕਰਨਾ। ਉਹ ਕਰਦੇ ਬਿਊਰੋਕਰੇਟਸ ਲੁੱਟੀ ਜਾ ਰਹੇ ਆ। ਪਰਫਾਰਮੈਂਸ ਸਰਕਾਰ ਦੀ ਗਿਣੀ ਜਾਂਦੀ ਹੈ, ਤੇ ਬਿਊਰੋਕਰੇਟ ਦੀ ਪਰਫਾਰਮੈਂਸ ਗਿਣੀ ਜਾਂਦੀ ਹੈ, ਤੇ ਸਰਕਾਰ ਬਿਊਰੋਕਰੇਟ ਚਲਾ ਰਹੇ। ਮਤਲਬ ਸਾਡੀ ਜਿਹੜੀ ਸੋਚ ਆ ਨਾ, ਪਹਿਲਾਂ ਅਸੀਂ ਆਪਣੇ ਆਪ ਨੂੰ ਇਮਾਨਦਾਰ ਕਰੀਏ। ਜੇ ਅਸੀਂ ਕਿਸੇ ਚੀਜ਼ ਦੇ ਵਿੱਚ ਅਸੀਂ ਕਹਿੰਦੇ ਪਰਿਵਰਤਨ ਆਵੇ, ਜਿਹੜੀ ਪੌੜੀਆਂ ਸੰਭਰਨੀਆਂ ਨਾ, ਉੱਤੋਂ ਸ਼ੁਰੂਆਤ ਹੁੰਦੀ ਹੈ। ਇੱਕ ਇਹਦੇ ਵਿੱਚ ਸਵਾਲ ਸੀਗਾ ਕਿ ਹੁਣ LG ਵਰਸਸ ਅਰਵਿੰਦ ਕੇਜਰੀਵਾਲ ਜਾਂ LG ਵਰਸਸ ਦਿੱਲੀ ਸਰਕਾਰ ਦੀ ਲੜਾਈ ਹੈ। ਮੈਨੂੰ ਲੱਗਦਾ ਗੇਂਦ ਵੀ ਸੁੱਟੀ ਜਾ ਰਹੀ ਹੈ। ਹੁਣ ਮੈਂ ਅੱਜ ਸਿਸੋਦੀਆ ਉਹਨਾਂ ਨੂੰ ਸੁਣ ਰਿਹਾ ਸੀਗਾ, ਤਾਂ ਕਹਿੰਦੇ ਸੀਗੇ ਕਿ ਹੁਣ ਜ਼ਿੰਮੇਵਾਰ ਕੌਣ ਹੋਏਗਾ, ਕਿ ਜੇ ਕੇਸ ਵੱਧਦੇ ਨੇ, ਜਿਹੜੇ ਹੁਣ 5.5 ਲੱਖ ਮਰੀਜ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੁਲਾਈ ਦੇ ਅੰਤ ਤੱਕ ਹੋ ਜਾਣਗੇ, 80,000 ਬੈੱਡ ਚਾਹੀਦੇ ਨੇ, ਜੇ ਐਡੇ ਵੱਡੇ ਪੱਧਰ ਤੇ ਦਿੱਲੀ 'ਚ ਮਹਾਮਾਰੀ ਫੈਲੇਗੀ, ਤਾਂ ਹੁਣ ਜ਼ਿੰਮੇਵਾਰ LG ਸਾਹਿਬ ਹੋਣਗੇ ਕਿ ਜ਼ਿੰਮੇਵਾਰ ਦਿੱਲੀ ਸਰਕਾਰ ਹੋਊਗੀ? ਇਹ ਪੁੱਛਿਆ ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹੜੀ ਜ਼ਿੰਮੇਵਾਰੀ ਵਾਲੀ ਗੱਲ ਆ, ਮਰਨਾ ਤਾਂ ਆਮ ਬੰਦੇ ਨੇ ਜੀ। ਮੈਂ ਇੱਕ ਪੱਤਰਕਾਰ ਦੀ ਉਹਨਾਂ ਦੀ ਇੰਟਰਵਿਊ ਸੁਣਦਾ ਪਿਆ ਸੀਗਾ ਅੱਜ, ਤੇ ਉਹ ਇੱਕ ਗੱਲ ਕਹਿ ਰਹੇ ਸੀ, ਮੇਰੀ ਭਤੀਜੀ ਨੂੰ ਅਸੀਂ 4 ਹਸਪਤਾਲਾਂ 'ਚ ਗਏ, ਬੈੱਡ ਉਹ ਨਹੀਂ ਮਿਲਿਆ ਹੈ। ਬਿਲਕੁਲ। ਤੇ ਜਦੋਂ ਉਹਨੂੰ ਮਿਲਿਆ, ਜਦੋਂ ਡੈਥ ਹੋ ਗਈ ਹੈਗੀ। ਮਰਨਾ ਤਾਂ ਆਮ ਜਨਤਾ ਨੇ, ਜਿਹੜੀ ਆਮ ਪਬਲਿਕ ਹੈਗੀ ਆ।
ਇਹਨਾਂ ਦੀ ਰਾਜਨੀਤੀ ਲੜਾਈ ਚਾਹੇ ਐਲਜੀ ਸਾਹਿਬ ਨੇ ਚਾਹੇ ਕੇਜਰੀਵਾਲ ਸਾਹਿਬ ਨੇ। ਮਤਲਬ ਮੈਂ ਇਹ ਕਹਿੰਦਾ ਵੀ ਹਰ ਇੱਕ ਦੀ ਨੀਅਤ ਸਾਫ਼ ਚਾਹੀਦੀ ਹੈ, ਨੀਅਤ 'ਚ ਚਾਹੀਦੀ ਲੋਕ ਸੇਵਾ ਦੀ ਗੱਲ ਹੋਣੀ ਚਾਹੀਦੀ ਹੈ। ਸਾਡੀ ਪ੍ਰਾਇੋਰਟੀ ਚਾਹੀਦੀ ਹੈ ਜਾਨਾਂ ਬਚਾਉਣ ਦੀ, ਵੀ ਆਹ ਸਾਡੀ ਜੋ ਡਿਊਟੀ ਹੈਗੀ ਹੈ, ਸਾਨੂੰ ਮੈਂਡੇਟ ਦਿੱਤਾ ਲੋਕਾਂ ਨੇ, ਡਿਊਟੀ ਸਾਡੀ ਸਰਕਾਰ ਚੁਣੀ ਹੈ। ਦੇਖੋ ਜੇ ਲੋਕਾਂ ਨੂੰ ਮੈਂਡੇਟ ਦਿੱਤਾ ਹੈਗਾ ਤਾਂ ਤੁਸੀਂ ਲੋਕਾਂ ਦੀ ਜਾਨਾਂ ਬਚਾਉਣ ਦੀ ਕੋਸ਼ਿਸ਼ ਪਹਿਲ ਕਰੋ। ਐਲਜੀ ਸਾਹਿਬ ਨੂੰ ਨਹੀਂ ਇਹੋ ਜਿਹੀ ਘਟੀਆ ਦੇਖੋ ਉਹਨਾਂ ਨੂੰ ਫੈਸਲਾ ਲੈਣਾ ਨਾ ਕੋਈ ਰਾਜਨੀਤਿਕ ਸੋਚ ਨਾਲ ਨਹੀਂ ਲੈਣਾ ਚਾਹੀਦਾ ਹੈਗਾ। ਆਮ ਲੋਕਾਂ ਦੀ ਭਲਾਈ ਦਾ ਆਧਾਰ ਬਣਾ ਕੇ ਉਹਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਫਿਰ ਫੈਸਲਾ ਲੈਣਾ ਚਾਹੀਦਾ, ਤੇ ਇਹ ਫੈਸਲੇ 'ਚ ਬਿਲਕੁਲ ਇਮਾਨਦਾਰੀ ਚਾਹੀਦੀ। ਲੱਗਦਾ ਕਿ ਭਰੋਸੇ 'ਚ ਵੀ ਨਹੀਂ ਲਿਆ ਗਿਆ ਸੀਐਮ। ਦੇਖੋ ਉਹਨੂੰ ਭਰੋਸੇ ਮੁੱਖ ਮੰਤਰੀ, ਦੇਖੋ ਇੱਕ ਸੂਬੇ ਦਾ ਮੁੱਖ ਮੰਤਰੀ ਆ, ਉਹਨੂੰ ਭਰੋਸੇ 'ਚ ਲੈਣਾ ਪਹਿਲ ਸੀਗੀ। ਇੱਥੋਂ ਸਾਰਾ ਮਾਮਲਾ ਵਿਗੜਿਆ ਹੈਗਾ। ਅਸੀਂ ਜਿਹੜੇ ਮਸਲੇ ਦੀ ਗੱਲ ਇਹ ਹੈਗੀ ਹੈ ਵੀ ਸਾਡੀਆਂ ਸਰਕਾਰਾਂ ਜਿਹੜੀ ਇਸ ਜਿਹੜਾ ਸਮਾਂ ਹੈਗਾ ਕਿਸੇ ਵੀ ਸੂਬੇ ਦੀ ਗੱਲ ਕਰਦੇ ਹਾਂ, ਜਿਹੜਾ ਸਾਡੀ ਅੱਜ ਅਸੀਂ ਕਰ ਰਹੇ ਹਾਂ ਡਿਬੇਟ, ਸਾਡਾ ਮੋਟਿਵ ਇਹ ਹੈਗਾ ਵੀ ਹੁਣ ਜਿਹੜਾ ਰਾਜਨੀਤੀ ਹੋਣੀ ਚਾਹੀਦੀ ਕਿਸੇ ਵੀ ਸੂਬੇ ਦੇ ਵਿੱਚ, ਵੋਟਾਂ ਦੀ ਗਿਣਤੀ ਜਿਹੜੀ ਸਾਡੇ ਰਾਜਨੀਤਿਕ ਲੋਕਾਂ ਨੂੰ ਭੁੱਲ ਜਾਣੀ ਚਾਹੀਦੀ ਹੈ। ਉਹਨਾਂ ਦੇ ਪਹਿਲ ਇਹ ਚਾਹੀਦੀ ਹੈ ਵੀ ਲੋਕਾਂ ਦੀ ਜਾਨ ਕਿਵੇਂ ਬਚਾਉਣੀ ਹੈਗੀ ਹੈ। ਪਹਿਲਾਂ ਲੋਕਾਂ ਦੀ ਜਾਨਾਂ ਬਚਾਉਣੀਆਂ ਜ਼ਰੂਰੀ ਨੇ, ਇਹ ਬਿਮਾਰੀ ਨਾਲ ਕਰੋਨਾ ਨਾਲ ਲੜਨਾ ਜ਼ਰੂਰੀ ਹੈ, ਜਿੱਤ ਪਾਉਣੀ ਜ਼ਰੂਰੀ ਹੈਗੀ ਹੈ। ਜਿਹੜੀ ਗੰਦੀ ਰਾਜਨੀਤੀ ਹੈ, ਗੰਦੇ ਪ੍ਰਬੰਧ ਨੇ, ਇਹ ਸਾਰੀ ਜ਼ਿੰਦਗੀ ਪਈ ਹੈ, ਤੁਸੀਂ ਕਰੀ ਜਾਓ। ਅੰਕੜੇ ਜਿਹੜੇ ਨੇ ਉਹ ਹੁਣ ਲੱਗਦਾ ਫਿਰ ਹੁਣ ਜੂਨ ਚੱਲ ਰਿਹਾ, ਜੁਲਾਈ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਵਾਧੇ ਨਜ਼ਰ ਆ ਰਹੇ ਨੇ ਬਹੁਤ ਤੇਜ਼ੀ ਦੇ ਨਾਲ। ਅੰਕੜੇ ਤਾਂ ਦੇਸ਼ ਦੇ ਵਿੱਚ ਇਸ ਤਰ੍ਹਾਂ ਵਧ ਰਹੇ ਨੇ, ਮਤਲਬ ਲੋਕਾਂ ਨੇ ਹੈਰਾਨ ਹੋਣਾ ਵੇਖ ਕੇ। ਇਹ ਕੋਈ ਮਤਲਬ ਅੱਜ ਗੱਲ ਕਹਿਣ ਨੂੰ ਵੀ ਡਿਫਰੈਂਟ ਲੱਗਦੀ ਆ, ਅਸੀਂ ਕਰਦੇ ਹਾਂ ਲੋਕਾਂ ਨੂੰ ਬੁਰੀ ਲੱਗੇਗੀ। ਤੇ ਮਤਲਬ ਇਹ ਅੰਕੜੇ ਤਾਂ ਬਾਕੀ ਹੀ ਹਿੰਦੁਸਤਾਨ ਦੇ ਵਿੱਚ, ਜੇ ਅਮਰੀਕਾ ਨੇ ਰਿਸਰਚ ਕਰਕੇ ਦਿੱਤੀ ਨਾ ਗੱਲ ਵੀ ਹਿੰਦੁਸਤਾਨ ਨੰਬਰ 1 ਜਾਏਗਾ, ਜੋ ਅੰਕੜੇ ਵੱਧ ਰਹੇ ਨੇ। ਤੁਸੀਂ ਮਿਡ ਜੁਲਾਈ ਦੇਖਿਓ, ਮਤਲਬ ਫਿਰ ਇਹੀ ਡਿਬੇਟਾਂ ਹੋਣੀ ਜਿਹੜੇ ਚੈਨਲ ਤੇ ਇੰਨੇ ਲੱਖ ਕੇਸ ਹੋ ਗਿਆ, ਹੁਣ ਉੱਥੇ ਪ੍ਰਬੰਧ ਨਹੀਂ ਹੈਗੇ, ਇੱਥੇ ਪ੍ਰਬੰਧ ਨਹੀਂ ਹੈਗੇ, ਉੱਥੇ ਵੱਟੇ ਆਵਾਜ਼ ਮਾਰਤੇ, ਉੱਥੇ ਨੇ। ਬੰਬੇ ਦੇ ਵਿੱਚ ਤਾਂ ਇੱਕ ਬੈੱਡ ਤੇ ਅਸੀਂ ਦੇਖਿਆ ਕਿ 2-2 ਬੰਦੇ ਪਏ ਨੇ, ਤੇ ਈਵਨ ਕਿ ਜਿਹੜੇ ਸਿਲੰਡਰ ਨੇ ਆਕਸੀਜਨ ਉਹਨਾਂ ਪਿੱਛੇ ਲੜਾਈ ਹੋ ਰਹੀ ਹੈ। ਤੇ ਘਰਾਂ 'ਚ ਲੋਕਾਂ ਨੇ ਸਿਲੰਡਰ ਆਪਣੇ ਸਟੋਰ ਕਰ ਲਿਆ ਕੇ। ਪ੍ਰਬੰਧ ਤਾਂ ਇੱਥੇ ਵੀ ਇਹੀ ਹੋਣੇ ਸਾਰੀ ਜਗ੍ਹਾ ਤੇ। ਦੇਖੋ ਲੋਕਡਾਊਨ ਦਾ ਜਿਹੜਾ ਡਿਸੀਜਨ ਸੀ ਹੁਣ ਇਹ ਲੱਗਣ ਲੱਗ ਗਿਆ ਵੀ ਉਹ ਜਲਦਬਾਜ਼ੀ 'ਚ ਹੋ ਗਿਆ। ਪਹਿਲਾਂ ਨੋਟਬੰਦੀ ਜਲਦਬਾਜ਼ੀ 'ਚ ਹੋਈ ਜੀ, ਫਿਰ ਇਹਨੂੰ ਜਿਹੜਾ ਲੋਕਡਾਊਨ ਕੀਤਾ ਉਹ ਜਲਦਬਾਜ਼ੀ 'ਚ, ਗਲਤ ਫੈਸਲਾ ਦਾ ਨਤੀਜਾ ਲੋਕਾਂ ਨੂੰ ਆਪਣੀ ਜਾਨ ਨਾਲ ਚੁਕਾਉਣਾ ਪੈਣਾ। ਬਹੁਤ ਸਾਰੇ ਲੋਕ ਇਹ ਗੱਲ ਮੰਨਦੇ ਨੇ ਕਿ ਹੁਣ ਲੋਕਡਾਊਨ ਹੋਣਾ ਚਾਹੀਦਾ ਸੀ, ਜਦੋਂ ਲਾਇਆ ਗਿਆ ਉਦੋਂ ਖੁੱਲ੍ਹਣਾ। ਸਾਰੀ ਕੰਟਰੀ ਜਦੋਂ ਪੀਕ ਤੇ ਗਿਆ ਉਦੋਂ ਲੋਕਡਾਊਨ ਲੱਗਿਆ, ਅਸੀਂ ਪਹਿਲਾਂ ਲਗਾਤਾ ਤੇ ਹੁਣ ਜ਼ਰੂਰਤ ਹੈ। ਪਰ ਹੁਣ ਦੇਖੋ ਸਰਕਾਰ ਨੂੰ, ਮੈਨੂੰ ਜੋ ਲੱਗਦਾ ਪਿਆ ਜੁਲਾਈ ਮਿਡ 'ਚ ਇਹਨਾਂ ਨੂੰ ਲੋਕਡਾਊਨ ਕਰਨਾ ਪੈਣਾ, ਇਹਦੇ ਕੋਲ ਆਪਸ਼ਨ ਨਹੀਂ ਹੋਣੀ ਹੈਗੀ ਕੋਈ। ਜੋ ਮਰਜ਼ੀ ਗਈ ਜਾਣੇ ਆਰਥਿਕਤਾ, ਜਦੋਂ ਲੋਕਾਂ ਨੇ ਮਰਨਾ ਨਾ, ਲੋਕਾਂ ਨੇ ਸੜਕਾਂ ਤੇ ਆਉਣਾ, ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਵੀ ਅਸੀਂ ਮਰਨ ਨੂੰ ਤਿਆਰ ਹਾਂ। ਕੌਣ ਮਰਨ ਨੂੰ ਤਿਆਰ ਹੈ ਜੀ? ਉਦੋਂ ਮੈਨੂੰ ਲੱਗਦਾ ਹੈ ਸਰਕਾਰ ਨੂੰ ਪੁਨਰ ਵਿਚਾਰ ਕਰਨਾ ਪੈਣਾ ਹੈਗਾ। ਸਰਕਾਰਾਂ ਉਹੋ ਜਿਹੀ ਪਲੈਨਿੰਗ ਕਰ ਵੀ ਰਹੀਆਂ ਨੇ। ਚਲੋ ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਦਿੱਲੀ ਦੇ ਵਿੱਚ ਇਹ ਮਸਲਾ ਉੱਭਰਿਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਕੋਈ ਵੀ ਨਾਗਰਿਕ ਜਿਹੜਾ ਬਾਹਰੀ ਪ੍ਰਾਂਤ ਦਾ ਹੈ ਉਹਦਾ ਇਲਾਜ ਨਹੀਂ ਹੋਏਗਾ, ਪਰ ਐਲਜੀ ਸਾਹਿਬ ਨੇ ਫੈਸਲਾ ਬਦਲਤਾ। ਵੱਡੀ ਗੱਲ ਇਹ ਹੈ ਕਿ ਸਭ ਤੋਂ ਵੱਧ ਤਾਂ ਪ੍ਰਬੰਧ ਵਧਾਉਣੇ ਪੈਣਗੇ, ਚਾਹੇ ਨਾਗਰਿਕ ਦਿੱਲੀ ਦਾ ਹੋਵੇ ਜਾਂ ਕਿਸੇ ਹੋਰ ਸਟੇਟ ਦਾ, ਸਭ ਤੋਂ ਵੱਧ ਉਹਨਾਂ ਨੂੰ ਚੰਗੇ ਸਿਹਤ ਪ੍ਰਬੰਧ ਮਿਲਣੇ ਚਾਹੀਦੇ ਨੇ। ਪਰ ਸਰਕਾਰਾਂ ਦੀ ਜੋ ਨਜ਼ਰ ਹੈ ਉਹ ਵੋਟ ਬੈਂਕ ਤੇ ਹੈ, ਚਾਹੇ ਪੋਲੀਟੀਕਲ ਰੈਲੀਆਂ ਦੀ ਗੱਲ ਹੋਵੇ ਜਾਂ ਚਾਹੇ ਉਹ ਸਿਆਸਤ ਦੀ ਗੱਲ ਹੋਵੇ। ਤੁਸੀਂ ਵੀ ਜ਼ਰੂਰ ਸੋਚੋ। ਫਿਲਹਾਲ ਇਸ ਪੇਸ਼ਕਸ਼ ਚੰਨਾ ਹੀ, ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ